ਜੇਠ ਦੀ ਗਰਮ ਦੁਪਹਿਰ ਵਿੱਚ ਮੈਂ ਅਚਾਨਕ ਦਰਵਾਜ਼ਾ ਖੜਕਾਉਣ ਤੇ ਸੋਚਿਆ ਕਿ ਇਹ ਸਰੀਰ ਚੀਰਨ ਵਾਲੀ ਗਰਮੀ ਵਿੱਚ ਕੌਣ ਹੈ। ਨੂੰ ਭਾਰੀ ਦੁਪਹਿਰ ਵਿੱਚ ਕੌਣ ਹੈ ਜਿਸ ਨੇ ਮੇਰੇ ਦਰਵਾਜ਼ੇ ਤੇ ਦਸਤਕ ਦਿੱਤੀ ਹੈ। ਥੋੜਾ ਘਬਰਾ ਕੇ ਮੈਂ ਦਰਵਾਜ਼ੇ ਵੱਲ ਗਿਆ ਅਤੇ ਪੁੱਛਿਆ, ਕੌਣ ਹੈ? ਪਰ ਬਾਹਰ ਕੋਈ ਨਹੀਂ ਸੀ। ਮੈਂ ਸਮਝ ਗਿਆ ਕਿ ਗੁਆਂਢੀ ਵਿੱਚ ਸ਼ਰਾਰਤੀ ਬੱਚੇ ਹੋਣਗੇ, ਕਿਸੇ ਨੇ ਸ਼ਰਾਰਤ ਕੀਤੀ ਹੋਣੀ ਹੈ। ਮੈਂ ਫਿਰ ਚਲਾ ਗਿਆ ਅਤੇ ਕਮਰੇ ਵਿੱਚ ਗਿਆ ਅਤੇ ਆਪਣੇ ਵਿਚਾਰਾਂ ਵਿੱਚ ਗੁੰਮ ਹੋ ਗਿਆ। ਫਿਰ ਅਚਾਨਕ ਦੁਬਾਰਾ ਦਰਵਾਜ਼ੇ ਤੇ ਦਸਤਕ ਹੋਈ। ਇਸ ਵਾਰ ਮੈਂ ਇਹ ਸੋਚ ਕੇ ਤੇਜ਼ੀ ਨਾਲ ਦਰਵਾਜ਼ੇ ਵੱਲ ਵਧਿਆ ਕਿ ਇਸ ਵਾਰ ਮੈਂ ਸਿਰਫ ਇਹਨਾਂ ਸ਼ਰਾਰਤੀ ਬੱਚਿਆਂ ਨੂੰ ਫੜਾਂਗਾ। ਮੈਂ ਤੁਰੰਤ ਦਰਵਾਜ਼ਾ ਖੋਲ੍ਹਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ, ਮੇਰੇ ਹੋਸ਼ ਉੱਡ ਗਏ। ਅਜਿਹਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੈਨੂੰ ਕੁਝ ਪਲਾਂ ਲਈ ਮਾਰ ਦਿੱਤਾ ਹੋਵੇ, ਕਿਉਂਕਿ ਜੋ ਮੈਂ ਵੇਖਿਆ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ। ਜਦੋਂ ਮੈਂ ਹੋਸ਼ ਵਿੱਚ ਆਇਆ, ਮੈਂ ਸ਼ਰਮਾ ਜੀ ਨੂੰ ਮੇਰੇ ਕੋਲ ਖੜੇ ਵੇਖਿਆ। ਉਹਨਾਂ ਨੇ ਮੈਨੂੰ ਪਾਣੀ ਦਿੱਤਾ ਤੇ ਪੁੱਛਿਆ ਕਿ ਕੀ ਹੋਇਆ। ਆਲੋਕ ਭਰਾ, ਤੁਸੀਂ ਦਰਵਾਜ਼ੇ ਤੇ ਬੇਹੋਸ਼ ਪਏ ਹੋਏ ਸੀ। ਇਹ ਚੰਗਾ ਹੈ ਕਿ ਮੇਰੀ ਨਜ਼ਰ ਤੁਹਾਡੇ ਤੇ ਪੈ, ਨਹੀਂ ਤਾਂ ਇੱਥੇ ਦੁਪਹਿਰ ਵੇਲੇ ਕੋਈ ਨਹੀਂ ਆਉਂਦਾ। ਮੈਂ ਸ਼ਰਮਾ ਜੀ ਨੂੰ ਵੇਖ ਕੇ ਹੈਰਾਨ ਹੋਇਆ ਤੇ ਘੱਟ ਆਵਾਜ਼ ਵਿੱਚ ਕਿਹਾ, ਮੈਨੂੰ ਕੀ ਪਤਾ ਤੇ ਮੈਨੂੰ ਕਿਵੇਂ ਪਤਾ ਲੱਗੇਗਾ? ਮੈਂ ਸਿਰਫ 5 ਦਿਨ ਪਹਿਲਾਂ ਇਸ ਸ਼ਹਿਰ ਵਿੱਚ ਆਇਆ ਹਾਂ। ਹੁਣੇ ਬਦਲੀ ਹੋਈ ਆ ਮੇਰੀ। 1 ਸਾਲ ਬਾਅਦ ਮੈਂ ਕਿਤੇ ਹੋਰ ਜਾਵਾਂਗਾ, ਇਸ ਲਈ ਮੈਂ ਇਕੱਲਾ ਰਹਿ ਰਿਹਾ ਹਾਂ। ਸ਼ਰਮਾ ਜੀ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਕੁਝ ਨਹੀਂ ਕਿਹਾ। ਆਲੋਕ ਭਰਾ, ਮੈਂ ਹੁਣ ਜਾ ਰਿਹਾ ਹਾਂ। ਤੁਸੀਂ ਆਰਾਮ ਕਰੋ ਅਤੇ ਕੁਝ ਵੀ ਹੋ ਜਾਵੇ, ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਦਰਵਾਜ਼ਾ ਨਾ ਖੋਲ੍ਹਿਓ। ਕੱਲ ਨੂੰ ਮੈਂ ਤੁਹਾਨੂੰ ਘਰ ਮਿਲਾਂਗਾ। ਹੁਣ ਕੰਮ ਹੈ, ਮੈਂ ਹੁਣ ਜਾਂਦਾ ਹਾਂ। ਬਸ ਇਹ ਸਮਝਾਉਣ ਤੋਂ ਬਾਅਦ ਸ਼ਰਮਾ ਜੀ ਆਪਣੇ ਘਰ ਚਲੇ ਗਏ। ਮੈਂ ਵੀ ਰਾਤ ਦਾ ਖਾਣਾ ਖਾ ਕੇ ਸੌਂ ਗਿਆ। ਰਾਤ ਨੂੰ ਮੰਜੇ ਤੇ ਲੇਟਿਆ। ਮੈਂ ਆਪਣੇ ਆਪ ਨੂੰ ਸਮਝਾ ਰਿਹਾ ਸੀ ਕਿ ਦੁਪਹਿਰ ਨੂੰ ਵਾਪਰੀ ਘਟਨਾ ਸਿਰਫ ਮੇਰਾ ਭਰਮ ਸੀ, ਪਰ ਮੈਂ ਅਜੇ ਵੀ ਡਰ ਤੋਂ ਘਬਰਾਇਆ ਹੋਇਆ ਸੀ। ਨੀਂਦ ਵੀ ਮੇਰੀਆਂ ਅੱਖਾਂ ਤੋਂ ਗਾਇਬ ਹੋ ਗਈ ਸੀ। ਮੈਂ ਡਰ ਗਿਆ ਸੀ। ਮੈਂ ਉਲਝਣ ਵਿੱਚ ਆਪਣੇ ਹੀ ਮੰਜੇ ਤੱਕ ਸੀਮਤ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਦੁਪਹਿਰ ਨੂੰ ਕੀ ਹੋਇਆ, ਕਿਸੇ ਨੂੰ ਦੱਸਾਂ। ਜਿਵੇਂ ਹੀ ਮੈਂ ਅੱਖਾਂ ਬੰਦ ਕਰਦਾ ਹਾਂ, ਉਹ ਦ੍ਰਿਸ਼ ਸਾਹਮਣੇ ਆ ਜਾਂਦਾ ਹੈ ਤੇ ਮੈਂ ਡਰ ਨਾਲ ਕੰਬਣ ਲੱਗ ਪੈਂਦਾ। ਸ਼ਰਮਾ ਜੀ ਨੇ ਮੈਨੂੰ ਦੁਪਹਿਰ ਨੂੰ ਦਰਵਾਜ਼ਾ ਨਾ ਖੋਲ੍ਹਣ ਦੀ ਹਦਾਇਤ ਕਿਉਂ ਦਿੱਤੀ? ਇਸ ਸ਼ਹਿਰ ਵਿੱਚ ਇਹ ਕਿਹੋ ਜਿਹਾ ਹੈ? ਇਸ ਸ਼ਹਿਰ ਦੇ ਲੋਕ ਦੁਪਹਿਰ ਨੂੰ ਘਰ ਤੋਂ ਬਾਹਰ ਕਿਉਂ ਨਹੀਂ ਆਉਂਦੇ? ਮੈਂ ਹੁਣੇ ਹੀ ਇਹ ਸੋਚ ਰਿਹਾ ਸੀ ਕਿ ਮੇਰੇ ਸੱਜੇ ਕੰਨ ਵਿੱਚ ਕੁਝ ਫੁਸਫੁਸਾਈ ਹੋਈ। ਮੈਂ ਹੈਰਾਨ ਹੋ ਗਿਆ ਅਤੇ ਫਿਰ ਖੱਬੇ ਕੰਨ ਵਿੱਚ ਉਹੀ ਲਹਿਰ ਮਹਿਸੂਸ ਕੀਤੀ ਤੇ ਫਿਰ ਸਾਹਮਣੇ ਵਾਲੀ ਕੰਧ ਵੱਲ ਵੇਖਿਆ। ਮੇਰੇ ਹੋਸ਼ ਉੱਡ ਗਏ। ਜਲਦੀ ਹੀ ਮੇਰਾ ਆਪਣਾ ਪਰਛਾਵਾਂ ਇੱਕ ਭਿਆਨਕ ਕਾਲੇ ਪਰਛਾਵੇਂ ਵਿੱਚ ਬਦਲਣਾ ਸ਼ੁਰੂ ਹੋ ਗਿਆ। ਚਿਹਰਾ ਇੰਨਾ ਡਰਾਉਣਾ ਹੈ ਜੇ ਕਿਸੇ ਆਦਮੀ ਨੇ ਇਸ ਨੂੰ ਦਿਨ ਦੀ ਰੌਸ਼ਨੀ ਵਿੱਚ ਵੇਖਿਆ, ਉਹ ਬੇਹੋਸ਼ ਹੋ ਜਾਵੇਗਾ। ਇਹ ਇੱਕ ਹਨੇਰੀ ਚੰਦਰਮਾ ਰਹਿਤ ਰਾਤ ਸੀ। ਇਹ ਇੱਕ ਭਿਆਨਕ ਕਾਲਾ ਪਰਛਾਵਾਂ ਸੀ ਤੇ ਹੋਰ ਕੁਝ ਨਹੀਂ। ਕੋਈ ਭੂਤ ਨਹੀਂ, ਕੋਈ ਜਿੰਨੀ ਜਾਦੂਗਰ ਨਹੀਂ ਸੀ। ਇਹ ਵੇਖ ਕੇ ਦਰਿਸ਼ ਬਦਲ ਗਿਆ। ਮੇਰਾ ਆਪਣਾ ਪਰਛਾਵਾਂ ਹੁਣ ਮੇਰਾ ਨਹੀਂ ਸੀ, ਉਹ ਮੇਰੇ ਤੋਂ ਵੱਖ ਹੋ ਗਿਆ ਸੀ ਤੇ ਮੈਂ ਇਹ ਸਭ ਵੇਖ ਕੇ ਬੇਹੋਸ਼ ਹੋ ਗਿਆ। ਸਵੇਰੇ ਮੇਰੀ ਬੇਹੋਸ਼ੀ ਦਰਵਾਜ਼ੇ ਦੀ ਦਸਤਕ ਨਾਲ ਟੁੱਟ ਗਈ ਤੇ ਮੈਂ ਘਬਰਾਹਟ ਵਿੱਚ ਜਾਗਿਆ। ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਮੇਰੇ ਪਰਛਾਵੇਂ ਵੱਲ ਗਈਆਂ। ਮੇਰਾ ਪਰਛਾਵਾਂ ਮੇਰੇ ਨਾਲ ਸੀ। ਮੈਂ ਰਾਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਇੱਕ ਭਿਆਨਕ ਸੁਪਨਾ, ਪਰ ਉਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਸਾਰੀ ਉਮਰ ਭੁੱਲਣਾ ਅਸੰਭਵ ਸੀ। ਖੈਰ, ਮੈਂ ਦਰਵਾਜ਼ੇ ਵੱਲ ਚਲਾ ਗਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਣ ਵਾਲਾ ਸੀ, ਸ਼ਰਮਾ ਜੀ ਦੇ ਸ਼ਬਦ ਮੇਰੇ ਦਿਮਾਗ ਵਿੱਚ ਘੁੰਮਣ ਲੱਗੇ ਤੇ ਮੈਂ ਘੜੀ ਵੱਲ ਵੇਖਿਆ। ਮੈਂ ਸਮਾਂ ਵੇਖਿਆ ਤੇ ਸੁੱਖ ਦਾ ਸਾਹ ਲਿਆ। 10 ਵਜੇ ਸੀ, ਸਵੇਰ ਹੀ ਸੀ। ਅਤੇ ਫਿਰ ਬਾਹਰੋਂ ਆਵਾਜ਼ ਆਈ, ਆਲੋਕ ਭਰਾ, ਦਰਵਾਜ਼ਾ ਖੋਲੋ, ਮੈਂ ਤੁਹਾਡਾ ਗੁਆਂਢੀ ਸ਼ਰਮਾ ਹਾਂ। ਫਿਰ ਮੈਂ ਵੀ ਬਿਨਾਂ ਦੇਰੀ ਕੀਤੇ ਤੁਰੰਤ ਦਰਵਾਜ਼ਾ ਖੋਲ੍ਹ ਦਿੱਤਾ। ਸ਼ਰਮਾ ਜੀ ਨੇ ਪੁੱਛਿਆ ਕਿ ਸਭ ਕੁਝ ਠੀਕ ਹੈ? ਸਵੇਰ ਦੇ 10 ਵਜੇ ਹਨ। ਹੁਣ ਤੱਕ ਤੁਹਾਡੇ ਅਖਬਾਰ ਤੇ ਦੁੱਧ ਗੇਟ ਤੇ ਨੇ। ਸਿਹਤ ਠੀਕ ਹੈ? ਮੈਂ ਥੋੜਾ ਜਿਹਾ ਮੁਸਕਰਾਇਆ ਤੇ ਕਿਹਾ ਕਿ ਸਭ ਕੁਝ ਠੀਕ ਹੈ। ਮੈਂ ਦੇਰ ਰਾਤ ਤੱਕ ਜਾਗਦਾ ਸੀ, ਇਸ ਲਈ ਮੈਂ ਦੇਰ ਨਾਲ ਜਾਗਿਆ। ਮੈਂ ਸ਼ਰਮਾ ਜੀ ਨੂੰ ਕੱਲ ਦੀ ਘਟਨਾ ਦੱਸਣੀ ਚਾਹੁੰਦਾ ਸੀ, ਪਰ ਮੈਂ ਇਹ ਸੋਚ ਕੇ ਕੁਝ ਕਹਿਣ ਤੋਂ ਰੁਕ ਗਿਆ ਸੀ ਕਿ ਮੇਰੇ ਤੇ ਵਿਸ਼ਵਾਸ ਕਰਾਂਗਾ। ਸ਼ਰਮਾ ਜੀ ਕੁਝ ਦੇਰ ਮੇਰੇ ਨਾਲ ਬੈਠੇ ਰਹੇ। ਫਿਰ ਅਸੀਂ ਗੱਲਬਾਤ ਸ਼ੁਰੂ ਕੀਤੀ। 1.5 ਘੰਟਾ ਕਿਵੇਂ ਬੀਤ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ। ਸ਼ਰਮਾ ਜੀ ਬਾਰੇ ਮੇਰੇ ਦਿਮਾਗ ਵਿੱਚ ਇੱਕ ਚੀਜ਼ ਚੱਲ ਰਹੀ ਸੀ, ਜਿਸ ਨੂੰ ਉਸਨੇ ਕੱਲ ਦੱਸਿਆ ਸੀ ਕਿ ਦਰਵਾਜ਼ਾ ਦੁਪਹਿਰ ਨੂੰ ਨਾ ਖੋਲ੍ਹਣਾ। ਮੈਂ ਪੁੱਛ ਰਿਹਾ ਹਾਂ। ਉਦੋਂ ਹੀ ਸ਼ਰਮਾ ਜੀ ਨੇ ਕਿਹਾ, ਆਲੋਕ ਭਾਈ, ਚਾਹ ਨਹੀਂ ਪੀਓਗੇ? ਮੈਂ ਕਿਹਾ ਕਿ ਹੁਣੇ ਪਿਆ ਦਿੰਦੇ ਆ। ਸ਼ਰਮਾ ਜੀ ਇਹ ਕਹਿ ਕੇ ਮੈਂ ਰਸੋਈ ਵਿੱਚ ਚਲਾ ਗਿਆ।
ਸ਼ਰਮਾ ਜੀ ਉੱਥੇ ਬੈਠੇ ਮੇਰੇ ਨਾਲ ਗੱਲਾਂ ਕਰਦੇ ਰਹੇ। ਸ਼ਰਮਾ ਜੀ ਨੇ ਗੱਲਬਾਤ ਵਿੱਚ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡਾ ਵਿਆਹ ਹੋ ਗਿਆ ਹੈ। ਮੈਂ ਜਵਾਬ ਦਿੱਤਾ ਕਿ 3 ਸਾਲ ਹੋ ਗਏ ਹਨ, ਇੱਕ ਧੀ ਵੀ ਹੈ। ਸ਼ਰਮਾ ਜੀ ਨੇ ਕਿਹਾ ਫਿਰ ਉਹ ਕਿੱਥੇ ਹੈ, ਤੁਸੀਂ ਇਸ ਨੂੰ ਨਾਲ ਕਿਉਂ ਨਹੀਂ ਲਿਆਏ? ਮੈਂ ਦੱਸਿਆ ਕਿ ਮੈਂ ਥੋੜੇ ਸਮੇਂ ਲਈ ਆਇਆ ਹਾਂ, ਛੇਤੀ ਹੀ ਬਦਲੀ ਕਰਵਾ ਕੇ ਮੈਂ ਚੱਲ ਜਾਣਾ ਏ, ਇਸ ਲਈ ਮੈਂ ਇਕੱਲਾ ਆਇਆ। ਸ਼ਰਮਾ ਜੀ ਨੇ ਪੁੱਛਿਆ ਕਿ ਤੁਸੀਂ ਦਫ਼ਤਰ ਨਹੀਂ ਜਾਂਦੇ, ਦਫ਼ਤਰ ਦਾ ਸਮਾਂ ਕੀ ਹੈ? ਮੈਂ ਜਵਾਬ ਦਿੱਤਾ ਕਿ 10 ਵਜੇ, ਮੈਂ ਕੱਲ ਤੋਂ ਜੁਆਇਨ ਕਰਨਾ ਤੇ ਮੈਂ ਚਾਹ ਤੇ ਨਮਕੀਨ ਦੀ ਟਰੇ ਲੈ ਕੇ ਰਸੋਈ ਤੋਂ ਬਾਹਰ ਆਇਆ ਅਤੇ ਸ਼ਰਮਾ ਜੀ ਨੂੰ ਚਾਹ ਦਾ ਕੱਪ ਦਿੱਤਾ। ਸ਼ਰਮਾ ਜੀ ਨੇ ਚਾਹ ਦੀ ਚੁਸਕੀ ਲਈ ਤੇ ਕਿਹਾ ਕਿ ਤੁਸੀਂ ਭਰਜਾਈ ਨੂੰ ਲੈ ਕੇ ਆਉਣਾ ਚਾਹੀਦਾ ਹੈ। ਮੈਂ ਕਿਹਾ ਕਿ ਕੀ ਹੋਇਆ, ਚਾਹ ਠੀਕ ਨਹੀਂ ਬਣੀ? ਸ਼ਰਮਾ ਜੀ ਨੇ ਕਿਹਾ ਉਹ ਨਹੀਂ, ਇਹ ਗੱਲ ਨਹੀਂ ਹੈ, ਚਾਹ ਬਹੁਤ ਵਧੀਆ ਬਣਾਈ ਹੈ, ਪਰ ਇਸ ਸ਼ਹਿਰ ਵਿੱਚ ਕੋਈ ਵੀ ਆਦਮੀ ਇਕੱਲਾ ਨਹੀਂ ਰਹਿੰਦਾ। ਮੈਂ ਤੁਰੰਤ ਪੁੱਛਿਆ ਕਿ ਕਿਉਂ? ਉਸਨੇ ਕਿਹਾ ਕਿ ਮਾਮਲਾ ਅਜਿਹਾ ਹੈ। ਜਿਵੇਂ ਹੀ ਉਸਨੇ ਇਹ ਕਿਹਾ, ਘੜੀ ਦੁਪਹਿਰ 12 ਵਜਣੇ ਸ਼ੁਰੂ ਹੋਈ। ਸ਼ਰਮਾ ਜੀ ਨੇ ਘੜੀ ਵੱਲ ਵੇਖਿਆ ਤੇ ਕਿਹਾ ਕਿ 12 ਵਜੇ ਹਨ, ਮੈਂ ਬਾਅਦ ਵਿੱਚ ਦੱਸਾਂਗਾ, ਤੇ ਜਲਦੀ ਨਾਲ ਉੱਠ ਗਿਆ। ਦਰਵਾਜ਼ੇ ਵੱਲ ਤੁਰ ਪਿਆ। ਜਿਵੇਂ ਹੀ ਮੈਂ ਦਰਵਾਜ਼ਾ ਬੰਦ ਕਰਨ ਲਈ ਉੱਠਣ ਦੀ ਕੋਸ਼ਿਸ਼ ਕੀਤੀ, ਮੈਂ ਉੱਠ ਨਹੀਂ ਸਕਿਆ, ਜਿਵੇਂ ਕਿ ਕਿਸੇ ਨੇ ਮੈਨੂੰ ਫੜ ਲਿਆ ਹੋਵੇ। ਫਿਰ ਮੇਰੀ ਨਿਗਾਹ ਮੇਰੇ ਆਪਣੇ ਪਰਛਾਵੇਂ ਤੇ ਪਈ ਤੇ ਮੈਂ ਵੇਖਿਆ ਕਿ ਮੇਰਾ ਪਰਛਾਵਾਂ ਉਸੇ ਭਿਆਨਕ ਕਾਲੇ ਪਰਛਾਵੇਂ ਨੇ ਫੜਿਆ ਹੋਇਆ ਸੀ ਜਿਸ ਦੇ ਕਾਰਨ ਮੈਂ ਹਿਲਣ ਦੇ ਯੋਗ ਨਹੀਂ ਹਾਂ, ਤੇ ਉਹ ਕਾਲਾ ਪਰਛਾਵਾਂ ਮੇਰੇ ਪਰਛਾਵੇਂ ਤੇ ਹਾਵੀ ਹੋ ਰਿਹਾ ਹੈ ਤੇ ਇਸ ਨੂੰ ਆਪਣੇ ਆਪ ਵਿੱਚ ਉੱਠ ਰਿਹਾ ਹੈ। ਮੈਂ ਡਰ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਕੁਝ ਸਮੇਂ ਬਾਅਦ ਆਪਣੀਆਂ ਅੱਖਾਂ ਖੋਲੀਆਂ, ਮੇਰਾ ਪਰਛਾਵਾਂ ਕਾਲੇ ਪਰਛਾਵੇਂ ਦੀ ਕੈਦ ਤੋਂ ਮੁਕਤ ਸੀ। ਮੈਂ ਤੁਰੰਤ ਉੱਠਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਰਾਤ ਦੀ ਸਾਹ ਲਈ। ਹੁਣ ਮੈਂ ਸੋਚਿਆ ਕਿ ਇਹ ਕੀ ਹੈ, ਰਾਜ਼ ਕੀ ਹੈ ਤੇ ਕੀ ਸ਼ਰਮਾ ਜੀ ਦੇ ਸ਼ਬਦਾਂ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਇਹ ਸੋਚਦੇ ਹੋਏ ਮੈਂ ਸ਼ਰਮਾ ਜੀ ਦੇ ਨੰਬਰ ਤੇ ਫੋਨ ਕੀਤਾ ਜੋ ਉਹਨਾਂ ਨੇ ਮੈਨੂੰ ਦਿੱਤਾ ਸੀ ਜਦੋਂ ਉਹ ਪਹਿਲੀ ਵਾਰ ਇੱਥੇ ਆਏ ਸਨ, ਤੇ ਉਹਨਾਂ ਨੇ ਨੰਬਰ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਜੇ ਕੋਈ ਕੰਮ ਹੈ ਤਾਂ ਇਸ ਨੰਬਰ ਤੇ ਫੋਨ ਕਰੋ। ਮੈਂ ਫੋਨ ਕੀਤਾ ਪਰ ਫੋਨ ਨੰਨਾ ਨਹੀਂ ਲੱਗਾ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਪਰ ਹਰ ਵਾਰ ਇਹੀ ਜਵਾਬ ਮਿਲਿਆ ਕਿ ਜਿਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਨੈਟਵਰਕ ਕਵਰੇਜ ਖੇਤਰ ਤੋਂ ਬਾਹਰ ਹੈ। ਅੰਤ ਵਿੱਚ ਮੈਂ ਸੋਚਿਆ ਕਿ ਬਾਅਦ ਵਿੱਚ ਗੱਲ ਕਰੀਦਾ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ। ਸ਼ਾਮ ਨੂੰ ਦੁਬਾਰਾ ਦਰਵਾਜ਼ੇ ਤੇ ਦਸਤਕ ਹੁੰਦੀ ਹੈ। ਕਿਉਂਕਿ ਸ਼ਾਮ ਦੇ 6 ਵੱਜ ਚੁੱਕੇ ਸਨ, ਇਸ ਲਈ ਮੈਂ ਦਰਵਾਜ਼ਾ ਖੋਲ੍ਹਣ ਲਈ ਬੇਝਿਜਕ ਮਹਿਸੂਸ ਕੀਤਾ ਤੇ ਸ਼ਰਮਾ ਜੀ ਨੂੰ ਸਾਹਮਣੇ ਪਾ ਕੇ ਖੁਸ਼ ਹੋਇਆ ਤੇ ਸੋਚਿਆ ਕਿ ਅੱਜ ਮੈਂ ਜਾਣ ਨਹੀਂ ਦੇਵਾਂਗਾ, ਮੈਂ ਸਾਰੇ ਭੇਦ ਜਾਣ ਕੇ ਰਹਾਂਗਾ। ਸ਼ਰਮਾ ਜੀ ਅੰਦਰ ਆਏ ਤੇ ਅਸੀਂ ਦੋਵੇਂ ਸੋਫੇ ਤੇ ਬੈਠ ਗਏ ਤੇ ਗੱਲਾਂ ਕਰਨ ਲੱਗ ਪਏ। ਮੈਂ ਸ਼ਰਮਾ ਜੀ ਨੂੰ ਪੁੱਛਿਆ ਕਿ ਤੁਹਾਡਾ ਨੰਬਰ ਬਹੁਤ ਡਾਇਲ ਕੀਤਾ ਸੀ। ਸ਼ਰਮਾ ਜੀ ਨੇ ਦੱਸਿਆ ਕਿ ਇੱਥੇ ਬਹੁਤ ਸਾਰੀ ਨੈਟਵਰਕ ਸਮੱਸਿਆ ਹੈ, ਇਸ ਲਈ ਇਹ ਅਕਸਰ ਹੁੰਦਾ ਹੈ। ਫਿਰ ਮੈਂ ਕਿਹਾ, ਖੈਰ ਛੱਡੋ, ਮੈਨੂੰ ਉਹ ਸਲਾਹ ਦੱਸੋ ਜੋ ਤੁਸੀਂ ਮੈਨੂੰ 2 ਦਿਨਾਂ ਤੋਂ ਦੇ ਰਹੇ ਹੋ, ਜੋ ਦੁਪਹਿਰ ਵੇਲੇ ਦਰਵਾਜ਼ਾ ਨਾ ਖੋਲੋ, ਇਕੱਲੇ ਨਾ ਹੋਵੋ, ਇਸ ਸਭ ਦੇ ਪਿੱਛੇ ਕੀ ਰਾਜ਼ ਹੈ? ਸ਼ਰਮਾ ਜੀ ਨੇ ਕਿਹਾ, ਸ਼ਹਿਰ ਵਿੱਚ ਇੱਕ ਵਿਧਵਾ ਔਰਤ ਸੀ, ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਉਸ ਉੱਤੇ ਕਈ ਵਾਰ ਘਰਾਂ ਵਿੱਚ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਪਰ ਕੁਝ ਵੀ ਸਾਬਤ ਨਹੀਂ ਹੋ ਸਕਿਆ। ਫਿਰ ਉਸ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਇਹ ਪੁਰਸ਼ਾਂ ਨੂੰ ਤੰਤਰ ਮੰਤਰ ਵੀ ਕਰਦੀ ਹੈ। ਉਸ ਨੂੰ ਕਾਬੂ ਕਰੋ, ਇਹ ਇੱਕ ਡੈਣ ਹੈ। ਸ਼ਹਿਰ ਦੇ ਲੋਕਾਂ ਨੇ ਬਾਹਰੋਂ ਇੱਕ ਵੱਡਾ ਤਾਂਤਰਿਕ ਬੁਲਾਇਆ। ਉਸਨੇ ਉਸ ਔਰਤ ਦੇ ਪਰਛਾਵੇਂ ਨੂੰ ਸ਼ੀਸ਼ੇ ਵਿੱਚ ਕੈਦ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਉਸ ਦੀ ਸ਼ਕਤੀ ਘਟ ਗਈ ਤੇ ਫਿਰ ਔਰਤ ਨੂੰ ਚੁਰਾਹੇ ਤੇ ਬੰਨ੍ਹ ਦਿੱਤਾ ਤੇ ਉਸ ਨੂੰ ਇੱਕ ਡੈਣ ਦੇ ਰੂਪ ਵਿੱਚ ਸਾੜ ਦਿੱਤਾ। ਮਰਦੇ ਸਮੇਂ ਉਸਨੇ ਸ਼ਹਿਰ ਨੂੰ ਸਰਾਪ ਦਿੱਤਾ ਕਿ ਮੇਰਾ ਕਾਲਾ ਪਰਛਾਵਾਂ ਹਮੇਸ਼ਾ ਇਸ ਸ਼ਹਿਰ ਉੱਤੇ ਘੁੰਮਦਾ ਰਹੇਗਾ ਤੇ ਜੋ ਵੀ ਇਕੱਲਾ ਹੋਵੇਗਾ ਉਹ ਮੇਰਾ ਸ਼ਿਕਾਰ ਹੋਵੇਗਾ। ਇਹ ਸਾਰੀ ਘਟਨਾ ਭਾਈਚਾਰੇ ਦੀ ਦੁਪਹਿਰ ਨੂੰ ਵਾਪਰੀ, ਇਸ ਲਈ ਇਹ ਸਮਾਂ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਸ਼ੀਸ਼ਾ ਸ਼ਹਿਰ ਵਿੱਚੋਂ ਬਾਹਰ ਕੱਢਣ ਸਮੇਂ ਟੁੱਟ ਗਿਆ, ਜਿਸ ਕਾਰਨ ਉਸ ਦਾ ਕਾਲਾ ਪਰਛਾਵਾਂ ਮੁਕਤ ਹੋ ਗਿਆ। ਇਹ ਕਾਲਾ ਪਰਛਾਵਾਂ ਜੇਠਾ ਦੀ ਦੁਪਹਿਰ ਨੂੰ ਮੁੱਖ ਗੇਟ ਤੋਂ ਪ੍ਰਵੇਸ਼ ਕਰਦਾ ਹੈ ਤੇ ਨਵੇਂ ਚੰਨ ਦੀ ਰਾਤ ਨੂੰ ਮਨੁੱਖ ਦੇ ਪਰਛਾਵੇਂ ਨੂੰ ਕੱਢਣਾ ਸ਼ੁਰੂ ਕਰ ਦਿੰਦਾ ਹੈ ਤੇ ਹਰ ਰੋਜ਼ ਮਨੁੱਖ ਦੇ ਪਰਛਾਵੇਂ ਦਾ ਵਿਸਤਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ 14ਵੇਂ ਦਿਨ ਪੂਰੇ ਦਾ ਪਰਛਾਵਾਂ ਮਨੁੱਖ ਹਮੇਸ਼ਾ ਲਈ ਅਲੋਪ ਹੋ ਜਾਂਦਾ ਹੈ ਤੇ 15ਵੇਂ ਦਿਨ ਯਾਨੀ ਪੂਰਨਮਾਸ਼ੀ ਦੀ ਰਾਤ ਨੂੰ ਉਸ ਦੀ ਮੌਤ ਨਿਸ਼ਚਿਤ ਹੈ। ਜਦੋਂ ਇਹ 101 ਪਰਛਾਵਿਆਂ ਤੇ ਕਬਜ਼ਾ ਕਰ ਲਵੇਗੀ ਤਦ ਉਹਨਾਂ ਦੀਆਂ ਰੂਹਾਂ ਵੀ ਇਸ ਵਿੱਚ ਦਾਖਲ ਹੋ ਜਾਣਗੀਆਂ ਤੇ ਫਿਰ ਇਹ ਬਹੁਤ ਸ਼ਕਤੀਸ਼ਾਲੀ ਹੋ ਜਾਏਗੀ। ਕਿਹਾ ਜਾਂਦਾ ਹੈ ਕਿ ਫਿਰ ਉਹ ਡੈਣ ਦੁਬਾਰਾ ਜ਼ਿੰਦਾ ਹੋ ਜਾਏਗੀ। ਮੈਂ ਇਸ ਕਾਲੇ ਪਰਛਾਵੇਂ ਤੋਂ ਬਚਣ ਲਈ ਕਿਹਾ, ਇਸ ਨੂੰ ਖਤਮ ਕਰਨ ਦਾ ਕੋਈ ਤਰੀਕਾ ਨਹੀਂ ਹੈ। ਸ਼ਰਮਾ ਜੀ ਨੇ ਕਿਹਾ ਕਿ ਇਸ ਦਾ ਇੱਕ ਹੱਲ ਹੈ।
ਸੁਰੱਖਿਆ ਲਈ ਸਰੋਂ ਦੇ ਬੀਜ ਆਪਣੇ ਕੋਲ ਰੱਖੋ। ਇਹ ਕਾਲਾ ਪਰਛਾਵਾਂ ਇਸ ਦੀ ਬਦਬੂ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਤਾਂਤਰਿਕ ਨੇ ਇਸ ਨੂੰ ਸ਼ੀਸ਼ੇ ਵਿੱਚ ਕੈਦ ਕਰ ਲਿਆ ਹੈ। ਸ਼ੀਸ਼ਾ ਸਿਰਫ ਸਰੋਂ ਦੇ ਬੀਜਾਂ ਨਾਲ ਬੰਦ ਹੋਇਆ ਸੀ, ਤੇ ਜੇ ਪੂਰਨਮਾਸ਼ੀ ਦਾ ਚਾਨਣ ਇਸ ਪਰਛਾਵੇਂ ਤੇ ਪੈਂਦਾ ਹੈ ਤਾਂ ਇਹ ਕਾਲਾ ਪਰਛਾਵਾਂ ਭਸਮ ਹੋ ਜਾਵੇਗਾ, ਤੇ ਜੇ ਮੌਤ ਆਉਂਦੀ ਹੈ ਤਾਂ ਜੀਵਨ ਪ੍ਰਾਪਤ ਕਰਨ ਦਾ ਇੱਕ ਹੋਰ ਤਰੀਕਾ ਹੈ। ਮੈਂ ਕੀ ਪੁੱਛਿਆ? ਸ਼ਰਮਾ ਜੀ ਨੇ ਕਿਹਾ, ਜੇ ਤੁਸੀਂ ਮਰਦੇ ਹੋ ਤਾਂ ਮੌਤ ਤੁਹਾਡੇ ਤੋਂ ਬਾਅਦ ਇਸ ਸ਼ਹਿਰ ਦੇ ਸਾਰੇ ਭੇਦ ਤੇ ਕਾਲੇ ਪਰਛਾਵੇਂ ਦੀ ਕਹਾਣੀ ਦੱਸੋ, ਬਿਨਾਂ ਕੁਝ ਲੁਕਾਏ। ਕਿਸੇ ਨੂੰ ਦੱਸੋ ਜਿਸ ਦੇ ਕੋਲ ਪਰਛਾਵੇਂ ਦਾ ਪਰਛਾਵਾਂ ਹੈ, ਉਹ ਵੀ ਨਵੇਂ ਚੰਦਰਮਾ ਦੇ ਦੂਜੇ ਦਿਨ। ਫਿਰ ਤੁਹਾਨੂੰ ਜੀਵਨ ਤੇ ਤੁਹਾਡਾ ਪਰਛਾਵਾਂ ਵਾਪਸ ਮਿਲੇਗਾ। ਮੈਂ ਇਹ ਸੁਣਿਆ ਹੈ, ਸ਼ਰਮਾ ਜੀ ਨੇ ਇਹ ਕਹਿ ਕੇ ਕਿਹਾ। ਹੁਣ ਮੈਂ ਜਾਵਾਂਗਾ। ਅਤੇ ਉਹ ਉੱਠਿਆ ਤੇ ਚਲਾ ਗਿਆ। ਮੈਂ ਵੀ ਦਰਵਾਜ਼ਾ ਲਗਾ ਦਿੱਤਾ ਤੇ ਤੁਰੰਤ ਰਸੋਈ ਵਿੱਚੋਂ ਮੁੱਠੀ ਭਰ ਸਰੋਂ ਦੇ ਬੀਜ ਨਾਲ ਲੇਟ ਗਿਆ ਤੇ ਹੁਣ ਸਭ ਕੁਝ ਸਾਫ਼ ਸੀ। ਉਸ ਨਵੇਂ ਚੰਨ ਦੀ ਦੁਪਹਿਰ ਨੂੰ ਦਰਵਾਜ਼ੇ ਤੇ ਉਹੀ ਕਾਲਾ ਪਰਛਾਵਾਂ ਵੇਖਿਆ ਗਿਆ। ਇਹ ਸੋਚ ਕੇ ਮੇਰੀਆਂ ਅੱਖਾਂ ਪਰਛਾਵੇਂ ਵੱਲ ਗਈਆਂ ਤੇ ਮੈਂ ਕੀ ਵੇਖਦਾ ਹਾਂ, ਮੇਰੇ ਪਰਛਾਵੇਂ ਦਾ ਮਾਪ ਅੱਧਾ ਰਹਿ ਗਿਆ ਹੈ। ਮੈਂ ਘਬਰਾ ਗਿਆ ਸੀ। ਅੱਜ ਕੀ ਹੋਵੇਗਾ? ਅੱਜ ਦੂਜਾ ਦਿਨ ਹੈ। ਉਸਨੇ ਅੱਜ ਸਾਰੀ ਕਹਾਣੀ ਕਿਉਂ ਦੱਸੀ? ਉਹ ਅੱਜ ਕਿਉਂ ਆਇਆ? ਉਸਨੇ ਪਹਿਲੇ ਦਿਨ ਸਭ ਕੁਝ ਕਿਉਂ ਨਹੀਂ ਦੱਸਿਆ? ਇਹ ਸੋਚਦੇ ਹੋਏ ਮੈਨੂੰ ਯਾਦ ਆਇਆ ਕਿ ਮੈਂ ਅੱਜ ਤੱਕ ਸ਼ਰਮਾ ਜੀ ਦਾ ਪਰਛਾਵਾਂ ਵੀ ਨਹੀਂ ਵੇਖਿਆ ਸੀ। ਹੁਣ ਮੇਰਾ ਡਰ 7ਵੀਂ ਆਸਤੇ ਸੀ। ਡਰਦੇ ਹੋਏ ਮੈਂ ਹਨੂਮਾਨ ਚਾਲੀਸਾ ਬਾਰੇ ਸੋਚਿਆ ਤੇ ਪਤਾ ਨਹੀਂ ਕਦੋਂ ਮੇਰੀਆਂ ਅੱਖਾਂ ਲੱਗ ਗਈਆਂ। 14ਵਾਂ ਦਿਨ ਵੀ ਅਜਿਹੇ ਡਰ ਦੇ ਪਰਛਾਵੇਂ ਹੇਠ ਆ ਗਿਆ। ਮੈਂ ਹਰ ਰੋਜ਼ ਆਪਣੇ ਪਰਛਾਵੇਂ ਦਾ ਮਾਪ ਘਟਦਾ ਵੇਖ ਰਿਹਾ ਸੀ। ਉਸ ਦਿਨ ਤੋਂ ਬਾਅਦ ਸ਼ਰਮਾ ਜੀ ਦੁਬਾਰਾ ਨਜ਼ਰ ਨਹੀਂ ਆਏ। ਉਹਨਾਂ ਦੇ ਪਰਛਾਵੇਂ ਵੱਲ ਵੇਖਿਆ, ਉਹਨਾਂ ਦਾ ਆਕਾਰ ਹੁਣ 0 ਹੋ ਗਿਆ ਸੀ। ਮੈਨੂੰ ਡਰ ਸੀ ਕਿ ਕੱਲ ਪੂਰਨਮਾਸ਼ੀ ਦੀ ਰਾਤ ਹੈ ਤੇ ਕੱਲ ਮੇਰੀ ਮੌਤ ਨਿਸ਼ਚਿਤ ਹੈ। ਮੈਂ ਹਿੰਮਤ ਇਕੱਠੀ ਕੀਤੀ ਤੇ ਸੋਚਿਆ ਕਿ ਆਓ ਸ਼ਰਮਾ ਜੀ ਦੇ ਘਰ, ਉਹਨਾਂ ਦੇ ਘਰ ਚਲੀਏ। ਮੈਂ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਮੈਂ ਉਸ ਨੂੰ ਸ਼ਰਮਾ ਜੀ ਬਾਰੇ ਪੁੱਛਿਆ। ਉਸਨੇ ਘਰ ਵਿੱਚ ਕਿਹਾ, ਤੁਸੀਂ ਸ਼ਹਿਰ ਵਿੱਚ ਨਵੇਂ ਹੋ, ਤੁਸੀਂ ਕਦੋਂ ਆਏ ਸੀ? ਸ਼ਰਮਾ ਜੀ ਨਾਲ ਆਖਰੀ ਮੁਲਾਕਾਤ ਮੇਰੀ 12 ਦਿਨ ਪਹਿਲਾਂ ਹੋਈ ਸੀ। ਉਸਨੇ ਰੋਦਿਆਂ ਕਿਹਾ, ਤੁਸੀਂ ਮਜ਼ਾਕ ਕਿਉਂ ਕਰ ਰਹੇ ਹੋ? ਉਸਨੇ 1 ਸਾਲ ਪਹਿਲਾਂ ਆਪਣਾ ਕਾਲਾ ਪਰਛਾਵਾਂ ਆਪਣੇ ਨਾਲ ਲਿਆ ਸੀ। ਕਾਸ਼ ਕਿ ਜੇ ਮੈਂ ਸ਼ਰਮਾ ਜੀ ਨੂੰ ਇਕੱਲਾ ਨਾ ਛੱਡਦੀ ਤੇ ਮੇਰੇ ਨਾਲ ਨਾ ਜਾਂਦਾ ਤਾਂ ਉਹ ਸਾਡੇ ਨਾਲ ਅੱਜ ਹੁੰਦੇ। ਮੈਂ ਕਿਹਾ, ਨਹੀਂ, ਮੈਂ ਸੱਚ ਕਹਿ ਰਿਹਾ ਹਾਂ। ਆਪਣੇ ਸ਼ਰਮਾ ਜੀ ਦੀ ਤਸਵੀਰ ਦਿਖਾਓ ਜੋ ਸ਼ਰਮਾ ਜੀ ਦੀ ਹੈ। ਫਿਰ ਮੈਂ ਅੰਦਰ ਗਿਆ। ਇਸ ਦੇ ਸਾਹਮਣੇ ਸ਼ਰਮਾ ਜੀ ਦੀ ਤਸਵੀਰ ਸੀ। ਇਸ ਉੱਤੇ ਉਹਨਾਂ ਦੀ ਮੌਤ ਦੀ ਤਾਰੀਖ ਲਿਖੀ ਹੋਈ ਸੀ ਤੇ ਇਸ ਉੱਤੇ ਫੁੱਲਾਂ ਦਾ ਹਾਰ ਪਾਇਆ ਹੋਇਆ ਸੀ। ਉਸਨੇ ਕਿਹਾ ਕਿ ਕੱਲ ਉਹਨਾਂ ਦੀ ਵਰ੍ਹੇਗੰਢ ਹੈ ਤੇ ਉਹਨਾਂ ਦੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਕਿਹਾ ਕਿ ਉਹ ਕੱਲ ਵਾਪਸ ਆ ਸਕਦਾ ਹੈ। ਮੈਂ ਤਸਵੀਰ ਦਾ ਪਰਛਾਵਾਂ ਵੇਖਿਆ। ਉਹ ਪਰਛਾਵਾਂ ਸੰਪੂਰਨ ਸੀ, ਸਾਰਾ ਸ਼ਰਮਾ ਜੀ ਵਰਗਾ ਲੱਗ ਰਿਹਾ ਸੀ ਤੇ ਮੇਰੇ ਵੱਲ ਮੁਸਕਰਾਉਂਦੇ ਹੋਏ ਹੱਸਦੇ ਚਿਹਰੇ ਨਾਲ ਵੇਖ ਰਿਹਾ ਸੀ। ਔਰਤ ਨੇ ਕਿਹਾ, ਆਲੋਕ ਭਾਈ, ਤਿਆਰੀ ਕਰੋ, ਕੱਲ ਕਾਲਾ ਪਰਛਾਵਾਂ ਤੁਹਾਨੂੰ ਮੇਰੇ ਸ਼ਰਮਾ ਜੀ ਕੋਲ ਵਾਪਸ ਲੈ ਜਾਵੇਗਾ। ਇਹ ਚੰਗਾ ਸੀ ਕਿ ਉਸ ਦੁਪਹਿਰ ਨੂੰ ਮੈਂ ਤੁਹਾਡੇ ਦਰਵਾਜ਼ੇ ਤੇ ਦਸਤਕ ਦੇਣ ਤੋਂ ਬਾਅਦ ਚਲੀ ਗਈ ਤੇ ਜਿਵੇਂ ਹੀ ਤੁਸੀਂ ਆਪਣਾ ਦਰਵਾਜ਼ਾ ਖੋਲ੍ਹਿਆ, ਉਹ ਕਾਲਾ ਪਰਛਾਵਾਂ ਤੁਹਾਡੇ ਘਰ ਵਿੱਚ ਦਾਖਲ ਹੋਇਆ। ਮੈਂ ਘਬਰਾਹਟ ਅਤੇ ਨਿਰਾਸ਼ਾ ਵਿੱਚ ਘਰ ਪਰਤਿਆ ਤੇ ਆਪਣੀ ਮੌਤ ਦੀਆਂ ਘੜੀਆਂ ਗਿਣਨਾ ਸ਼ੁਰੂ ਕਰ ਦਿੱਤਾ। ਫਿਰ ਮੇਰੀ ਨਿਗਾਹ ਅਖਬਾਰ ਤੇ ਪਈ। ਕੱਲ ਹੋਣ ਵਾਲੇ ਚੰਦਰ ਗ੍ਰਹਿਣ ਦੀ ਖਬਰ ਪੜ੍ਹ ਕੇ ਮੈਂ ਸਾਰੀਆਂ ਯੋਜਨਾਵਾਂ ਬਣਾ ਲਈਆਂ ਤੇ ਅਗਲੇ ਦਿਨ ਦੀ ਉਡੀਕ ਕੀਤੀ। ਅੱਜ ਪੂਰਨਮਾਸ਼ੀ ਦੀ ਰਾਤ ਸੀ। ਕਾਲੇ ਪਰਛਾਵੇਂ ਨੇ ਆਪਣੀ ਖੇਡ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਮੇਰਾ ਪਰਛਾਵਾਂ ਹੁਣ ਉਸ ਦੇ ਕਬਜ਼ੇ ਵਿੱਚ ਸੀ। ਹੁਣ ਇਹ ਮੇਰੀ ਆਤਮਾ ਚਾਹੁੰਦਾ ਸੀ। ਇਸ ਨੇ ਮੇਰੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਬਹੁਤ ਜ਼ਬਰਦਸਤ ਸੀ। ਮੈਂ ਇਸ ਤੋਂ ਲੁਕਿਆ ਹੋਇਆ ਸੀ ਤੇ ਮੈਂ ਚੰਦਰਮਾ ਦੀ ਉਡੀਕ ਕਰ ਰਿਹਾ ਸੀ ਗ੍ਰਹਿਣ ਬਚਾਉਂਦੇ ਹੋਏ। ਮੈਂ ਰਸੋਈ ਵਿੱਚੋਂ ਸਰੋਂ ਦੇ ਬੀਜ ਆਪਣੇ ਨਾਲ ਰੱਖੇ ਸਨ ਤਾਂ ਜੋ ਉਹ ਮੇਰੇ ਨੇੜੇ ਨਾ ਆ ਸਕੇ, ਪਰ ਉਸ ਦੇ ਹਮਲੇ ਜਾਰੀ ਸਨ। ਮੇਰੀਆਂ ਨਜ਼ਰਾਂ ਘੜੀ ਤੇ ਸਨ। ਇਹ ਚੰਦਰ ਗ੍ਰਹਿਣ ਦਾ ਸਮਾਂ ਕਦੋਂ ਹੋਵੇਗਾ ਤੇ ਮੈਂ ਕਦੋਂ ਉਸ ਦਾ ਖਾਤਮਾ ਕਰਾਂਗਾ? ਮੈਂ ਇਸ ਨੂੰ ਛੱਤ ਤੇ ਲੈ ਜਾਵਾਂਗਾ ਕਿਉਂਕਿ ਉਹ ਕਦੇ ਵੀ ਪੂਰਨਮਾਸ਼ੀ ਦੀ ਰੌਸ਼ਨੀ ਵਿੱਚ ਮੇਰੇ ਪਿੱਛੇ ਨਹੀਂ ਆਵੇਗੀ। ਤੇ ਫਿਰ ਸਮਾਂ ਆ ਗਿਆ ਹੈ। ਮੈਂ ਛੇਤੀ ਨਾਲ ਛੱਤ ਵੱਲ ਭੱਜਿਆ ਤੇ ਇੱਕ ਝੱਖੜ ਵਿੱਚ ਸਰੋਂ ਦੇ ਦਾਣੇ ਡਿੱਗ ਪਏ। ਮੇਰਾ ਹੱਥ ਜਿਵੇਂ ਹੀ ਚੰਦਰ ਗ੍ਰਹਿਣ ਹੋਇਆ, ਮੈਂ ਛੱਤ ਤੇ ਪਹੁੰਚ ਗਿਆ। ਉਹ ਵੀ ਮੇਰੇ ਪਿੱਛੇ ਛੱਤ ਤੇ ਆਈਆਂ ਸੀ ਕਿਉਂਕਿ ਹੁਣ ਮੇਰੇ ਕੋਲ ਮੇਰੀ ਰੱਖਿਆ ਕਰਨ ਲਈ ਸਰੋਂ ਦੇ ਬੀਜ ਨਹੀਂ ਸਨ। ਫਿਰ ਇਹ ਮੇਰੇ ਉੱਤੇ ਹਾਵੀ ਹੋਣਾ ਤੇ ਮੇਰੀ ਆਤਮਾ ਨੂੰ ਮੇਰੇ ਤੋਂ ਵੱਖ ਕਰਨਾ ਸ਼ੁਰੂ ਕਰ ਦਿੱਤਾ। ਉਸੇ ਪਲ ਚੰਦਰ ਗ੍ਰਹਿਣ ਪੂਰਾ ਹੋ ਗਿਆ ਤੇ ਇਹ ਚੰਦਰਮਾ ਦੀ ਪਹਿਲੀ ਕਿਰਨ ਨਾਲ ਜਲਣ ਲੱਗ ਪਿਆ ਤੇ ਕੁਝ ਹੀ ਪਲਾਂ ਵਿੱਚ ਇਹ ਸੀ ਖਪਤ ਚਲਾ ਗਿਆ।
ਇਸ ਤਰ੍ਹਾਂ ਮੇਰੀ ਜਾਨ ਵੀ ਬਚ ਗਈ ਅਤੇ ਸ਼ਹਿਰ ਵੀ ਸਰਾਪ ਮੁਕਤ ਹੋ ਗਿਆ।